ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਹੋ, ਸੁਣਿਆ ਹਾਥ ਹੋਵੇ ਅਸਗਾਹੋ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੁਭਾਗੇ ਸਮੇਂ ਆਪਾਂ ਸਾਰੇ ਦੂਰੋਂ ਨੇੜਿਓਂ ਸਭ ਮਾਈ ਭਾਈ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਪਹੁੰਚੇ ਹਾਂ। ਆਓ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਹੈ, ਸਾਰੇ ਰਲ ਮਿਲ ਕਰਕੇ ਗੁਰਬਾਣੀ ਦੀ ਵਿਚਾਰ ਕਰ ਰਹੇ ਹਾਂ। ਕਿਉਂਕਿ ਜਿਹੜਾ ਸਾਡਾ ਗੁਰੂ ਹੈ ਉਹ ਸ਼ਬਦ ਹੈ। ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤ ਹੈ। ਸਿੱਖ ਕਦੇ ਦੁਨਿਆਵੀ ਮੂਰਤੀਆਂ ਦਾ ਪੂਜਨ ਨਹੀਂ ਕਰਦਾ, ਕਿਉਂਕਿ ਇਹ ਵਾਲੀਆਂ ਮੂਰਤੀਆਂ ਇਨਸਾਨ ਨੇ ਬਣਾਈਆਂ ਨੇ, ਇੱਕ ਬੱਚਿਆਂ ਦੇ ਖਿਡੌਣੇ ਦੀ ਤਰ੍ਹਾਂ ਹਨ। ਸਿੱਖ ਕਦੇ ਕਿਸੇ ਤਸਵੀਰ ਦੀ, ਕਿਸੇ ਫੋਟੋ ਦੀ ਪੂਜਾ ਨਹੀਂ ਕਰਦਾ, ਕਿਉਂਕਿ ਇਹ ਇਨਸਾਨ ਨੇ ਬਣਾਈਆਂ ਨੇ। ਸਿੱਖ ਲਈ ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤ ਹੈ। ਤਾਈ ਤੇ ਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਕਿ ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ
ਵਿਚਾਰ। ਇਕੱਲੇ ਵੇਖਣ ਨਾਲ ਗੱਲ ਨਹੀਂ ਬਣਦੀ। ਸਿੱਖ ਗੁਰਬਾਣੀ ਦੀ ਸ਼ਬਦ ਦੀ ਵਿਚਾਰ ਕਰੇ, ਕਿਉਂਕਿ ਅਸੀਂ ਕਈ ਦਫਾ ਦੇਖੋ ਜੀ, ਕੋਈ ਮੂਰਤੀ ਨੂੰ ਪੂਜੇ ਨਾ ਪੂਜੇ ਇਹਦੇ ਨਾਲ ਮਤਲਬ ਨਹੀਂ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਥਾਂ ਪਰ ਥਾਂ ਜਾ ਕੇ ਸੱਚ ਦਾ ਪ੍ਰਚਾਰ ਕਰਦੇ ਰਹੇ। ਜਿਹਨੂੰ ਚੰਗਾ ਲੱਗਿਆ ਉਹਨੇ ਸਵੀਕਾਰ ਕਰ ਲਿਆ, ਜਿਹਨੂੰ ਚੰਗਾ ਨਹੀਂ ਲੱਗਾ ਤੇ ਉਹਨੇ ਨਹੀਂ ਕੀਤਾ। ਪਰ ਹਾਂ, ਬਹੁ ਗਿਣਤੀ ਉਹਨਾਂ ਦੀ ਰਹੀ ਹੈ ਜਿਨ੍ਹਾਂ ਨੇ ਗੁਰੂ ਨਾਨਕ ਦੀ ਸੰਗਤ ਤੋਂ ਅਸਰ ਲੈ ਲਿਆ, ਜਿਹਨੇ ਗੁਰੂ ਦੇ ਸ਼ਬਦ ਨੂੰ ਮੰਨ ਲਿਆ, ਗੁਰੂ ਦੀ ਸਿੱਖਿਆ ਨੂੰ ਮੰਨ ਲਿਆ, ਤੇ ਉਹ ਲਾਹੇ ਪ੍ਰਾਪਤ ਕਰ ਗਏ। ਤੇ ਜਿਨ੍ਹਾਂ ਨਹੀਂ ਮੰਨਿਆ ਤੇ ਰਹਿ ਗਏ ਹੋਣਗੇ, ਉੱਦਾਂ ਕੋਈ ਗੱਲ ਨਹੀਂ, ਉੱਦਾਂ ਵੀ ਬਹੁਤ ਹੋਣਗੇ। ਜਿਵੇਂ ਹਰਿਦੁਆਰ ਗੁਰੂ ਸਾਹਿਬ ਜੀ ਨੇ ਜਾ ਕੇ ਸੂਰਜ ਨੂੰ ਪਾਣੀ ਦੇਣ ਦੇ ਕਰਮ ਦਾ ਖੰਡਨ ਕੀਤਾ। ਕਈਆਂ ਨੇ ਮੰਨ ਲਿਆ, ਤਰ ਗਏ, ਤੇ ਕਈ ਅੱਜ ਤੱਕ ਵੀ ਕਰਦੇ ਆ ਰਹੇ। ਨਾ ਮੰਨਣ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਗੁਰੂ ਨਾਨਕ ਨੂੰ ਕੋਈ ਫਰਕ ਨਹੀਂ ਪੈਂਦਾ। ਇਸੇ ਤਰ੍ਹਾਂ ਜਿਹੜਾ ਮੂਰਤੀ ਪੂਜਨ ਦਾ ਕੰਮ ਹੈ, ਜਿਹਨੂੰ ਕਿਸੇ ਨੂੰ ਗੁਰਬਾਣੀ ਦੀ ਸਿੱਖਿਆ ਚੰਗੀ ਲੱਗਦੀ ਹੈ ਮੰਨ ਲਵੇ, ਕੋਈ ਰੋਕ ਨਹੀਂ। ਤੇ ਜੇ ਕੋਈ ਨਾ ਵੀ ਮੰਨੇ ਤੇ ਕੋਈ ਜ਼ਬਰਦਸਤੀ ਵੀ ਨਹੀਂ। ਲੇਕਿਨ ਗੁਰਬਾਣੀ ਨੇ ਇਹ ਗੱਲ ਕਹਿ ਦਿੱਤੀ ਕਿ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਅਸੀਂ ਕਿਸੇ ਧਾਰਮਿਕ ਅਸਥਾਨ ਤੇ ਜਾਈਏ, ਕਿਸੇ ਪੈਗੰਬਰ ਦੀ ਤਸਵੀਰ ਨੂੰ ਮੱਥਾ ਟੇਕ ਲਿਆ, ਕਿਸੇ ਦੇਵਤੇ ਦੀ ਮੂਰਤੀ ਨੂੰ ਮੱਥਾ ਟੇਕ ਲਿਆ। ਮੱਥਾ ਟੇਕਣਾ ਸਤਿਕਾਰ ਹੈ, ਵੱਖਰੀ ਗੱਲ ਹੈ। ਕੋਈ ਤਿਲ ਪੁਲ ਭੇਟਾਵਾਂ ਕਰਨੀਆਂ ਸਤਿਕਾਰ ਹੈ, ਕਰੋ ਜਿੰਨਾ ਹੋ ਸਕਦਾ ਹੈ, ਕੋਈ ਮਾੜੀ ਗੱਲ ਨਹੀਂ। ਪਰ ਜੇ ਕਿਤੇ ਤੁਸੀਂ ਜਾ ਕੇ ਮੱਥਾ ਟੇਕਦੇ ਹੋ ਤੇ ਤੁਹਾਨੂੰ ਉੱਥੋਂ ਕੁਝ ਅੱਗੋਂ ਨਹੀਂ ਮਿਲਦਾ, ਤਾਂ ਇਹਦਾ ਮਤਲਬ ਤੁਹਾਡਾ ਜਾਣਾ ਵਿਅਰਥ ਹੋਇਆ। ਫਿਰ ਆਪਾਂ ਉਹੀ ਜਪਜੀ ਸਾਹਿਬ ਜੀ ਦੀ ਵਿਚਾਰ ਕਰਾਂਗੇ। ਇੱਕ ਛੋਟੀ ਜਿਹੀ ਉਦਾਹਰਣ ਹੋਰ ਦੇ ਦੇਵਾਂ। ਆਪਾਂ ਜਿਹੜੀਆਂ ਪ੍ਰਮੁੱਖ 3 ਭਗਤੀਆਂ ਨੇ, ਸ਼ਰਵਣ, ਮੰਨਣ, ਨਿਧਿਆਸਨ, ਇਹਨਾਂ ਵਿੱਚੋਂ ਸ਼ਰਵਣ ਭਗਤੀ ਸੁਣਿਆਂ ਦੀ ਆਪਾਂ ਵਿਚਾਰ ਕਰ ਰਹੇ ਹਾਂ, ਜਿਹੜੀਆਂ ਗੁਰੂ ਨਾਨਕ ਦੇਵ ਸਾਹਿਬ ਨੇ ਸੁਣਨ ਦੇ ਸੰਬੰਧ ਵਿੱਚ 4 ਪੌੜੀਆਂ ਉਚਾਰਨ ਕੀਤੀਆਂ ਨੇ। ਫਿਰ ਆਪਾਂ ਉਸੇ ਵਿਚਾਰ ਨੂੰ ਆਰੰਭ ਕਰਨਾ। ਹੁਣ ਜਿਹੜੀ ਗੱਲ ਚੱਲ ਪਈ, ਧਿਆਨ ਦਿਓ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਦੋਂ ਵੀ ਹਰਿਮੰਦਰ ਸਾਹਿਬ ਆਉਂਦੇ ਹੁੰਦੇ ਨਾ ਭਾਈ, ਜਿਵੇਂ ਆਪਾਂ ਅੱਜ ਕੱਲ੍ਹ ਪਰਿਕਰਮਾ ਕਰਦੇ ਹਾਂ ਨਾ ਜੀ, ਦਰਸ਼ਨੀ ਡਿਊਟੀ ਤੋਂ ਹੋ ਕੇ ਫਿਰ ਆਪਾਂ ਸਰੋਵਰ ਦੇ ਦੁਆਲੇ ਪਰਿਕਰਮਾ ਕਰਦੇ ਹਾਂ। ਕੋਈ 1 ਕਰਦਾ, ਚਲੋ ਕੋਈ 2 ਕਰਦਾ, ਉਹ ਵੱਖਰਾ ਵਿਸ਼ਾ ਹੈ। ਕਹਿੰਦੇ ਗੁਰੂ ਸਾਹਿਬ ਵੀ ਇੱਦਾਂ ਸੰਗਤ ਦੇ ਵਿੱਚ ਵਿਚਰਦੇ ਫਿਰਦੇ ਸਨ ਪਰਿਕਰਮਾ ਦੇ ਵਿੱਚ। ਤੇ ਉਦੋਂ ਅੱਜ ਕੱਲ੍ਹ ਤੇ 4 ਸਪੇਰੇ ਬਿਲਡਿੰਗਾਂ ਬਣੀਆਂ ਨੇ, ਉਦੋਂ ਬਿਲਡਿੰਗਾਂ ਨਹੀਂ ਸੀ ਬਣੀਆਂ, ਖੁੱਲ੍ਹਾ ਹੀ ਹੁੰਦਾ ਸੀ, ਜੰਗਲ ਹੁੰਦਾ ਸੀ। ਉੱਥੇ ਨਾ ਜੀ ਇੱਕ ਪੁਜਾਰੀ ਸੀ, ਉਹਨੇ ਛੋਟਾ ਜਿਹਾ ਪੱਥਰ ਦਾ ਟੁਕੜਾ ਚੱਕਿਆ, ਜਾਣੀ ਕਿ ਠਾਕੁਰ ਛੋਟੀ ਜਿਹੀ ਮੂਰਤੀ ਚੱਕੀ, ਉਹ ਪਰਿਕਰਮਾ ਦੇ ਵਿੱਚ ਆ ਕੇ ਬੈਠ ਗਿਆ। ਅਸਲ ਵਿੱਚ ਉਹਦਾ ਕਾਰਨ ਇਹ ਨਹੀਂ ਕਿ ਉਹ ਕਿਸੇ ਪੂਜਾ ਭਾਵ ਨੂੰ ਲੈ ਕੇ ਬੈਠਿਆ ਸੀ। ਉਹਦਾ ਮਤਲਬ ਸੀ ਕਿ ਇੱਥੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ ਸੰਗਤ ਬੜੀ ਆਉਂਦੀ ਹੈ। ਜੇ ਬਹੁਤੀ ਨਹੀਂ ਤੇ ਥੋੜ੍ਹੀ ਬਹੁਤੀ ਸੰਗਤ ਤੇ ਮੈਨੂੰ ਚੜਾਵਾ ਚੜਾਵੇਗੀ ਆ, ਮੇਰੀ ਮੂਰਤੀ ਨੂੰ, ਮੇਰੇ ਪੱਥਰ ਨੂੰ ਵੇਖ ਕੇ ਕੋਈ ਰੁਪਈਆ 2 ਰੁਪਈਏ ਤੇ ਟੇਕੇਗਾ। ਅਸਲ ਵਿੱਚ ਮਾਇਆ ਇਕੱਠੀ ਕਰਨ ਦੇ ਸਾਧਨ ਸਨ।
ਉਹਦੇ ਬੈਠੇ ਬੈਠੇ ਦੇ ਮਨ ਵਿੱਚ ਫੁਰਨਾ ਆਇਆ। ਕਹਿੰਦੇ ਜੇਕਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮੱਥਾ ਟੇਕ ਦੇਣ ਨਾ ਤੇ ਗੱਲ ਹੀ ਬਣ ਜੇ, ਫਿਰ ਸਾਰੀ ਸੰਗਤ ਹੀ ਮੱਥਾ ਟੇਕੂਗੀ। ਬੈਠੇ ਬੈਠੇ ਦੇ ਮਨ ਵਿੱਚ ਇੱਦਾਂ ਖਿਆਲ ਆ ਗਿਆ। ਉਹਨੇ ਕੀ ਕੀਤਾ ਜੀ, ਜਦੋਂ ਗੁਰੂ ਅਰਜਨ ਦੇਵ ਸਾਹਿਬ ਕੋਲੋਂ ਦੀ ਲੰਘਣ ਲੱਗੇ ਨਾ ਭਾਈ, ਉਹ ਟੱਲੀ ਖੜਕਾ ਕੇ ਭਜਨ ਗਾਉਣ ਲੱਗ ਪਿਆ ਠਾਕੁਰ ਦੇ ਮੂਹਰੇ ਬੈਠ ਕੇ। ਗੁਰੂ ਸਾਹਿਬ ਬਿਨਾਂ ਦੇਖਿਆਂ ਲੰਘ ਗਏ। ਅਗਲੀ ਵਾਰੀ ਉਹਨੇ ਵੇਖਿਆ ਵੀ ਹੁਣ ਗੁਰੂ ਸਾਹਿਬ ਨੇੜੇ ਆ ਗਏ, ਉਹਨੇ ਥੋੜ੍ਹੇ ਜਿਹੇ ਜ਼ੋਰ ਨਾਲ ਟੱਲੀ ਖੜਕਾ ਕੇ ਭਜਨ ਗਾਉਣ ਲੱਗ ਪਿਆ। ਗੁਰੂ ਸਾਹਿਬ ਫੇਰ ਅੱਗੇ ਲੰਘ ਗਏ। ਉਸ ਤੋਂ ਬਾਅਦ ਇੱਦਾਂ ਹੀ ਹੋਇਆ। ਕਹਿੰਦੇ ਜਦੋਂ 2-3 ਵਾਰੀ ਗੁਰੂ ਸਾਹਿਬ ਨੇ ਖਿਆਲ ਨਾ ਕੀਤਾ, ਉਹਨੇ ਬੜੇ ਜ਼ੋਰ ਨਾਲ ਟੱਲੀਆਂ ਖੜਕਾਈਆਂ ਤੇ ਆਖਿਰ ਫਿਰ ਉਸ ਪੰਡਤ ਨੇ, ਉਸ ਬ੍ਰਾਹਮਣ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਰੋਕ ਕੇ ਇੱਕ ਗੱਲ ਕਹੀ। ਕਹਿਣ ਲੱਗੇ, ਪਾਤਸ਼ਾਹ, ਗੁਰੂ ਜੀ, ਬੜੀ ਮਹਿਮਾ ਸੁਣੀ ਹੈ ਤੁਹਾਡੀ, ਬੜੀ ਉਪਮਾ ਸੁਣੀ ਹੈ ਤੁਹਾਡੀ, ਬੜੀ ਤਾਰੀਫ ਕਰਦਾ ਪਿਆ ਹੈ, ਪਰ ਕਹਿੰਦੇ ਜਿੰਨੀ ਤੁਹਾਡੀ ਮਹਿਮਾ, ਤੁਹਾਡੀ ਤਾਰੀਫ ਸੁਣੀ ਸੀ ਤੇ ਤੁਸੀਂ ਤੇ ਅੱਜ ਸਾਰੇ ਹੀ ਇੱਦਾਂ ਹੀ ਕਰ ਦਿੱਤਾ। ਵੇਖੋ ਠਾਕੁਰ ਜੀ ਪਏ ਨੇ ਤੇ ਤੁਸੀਂ ਠਾਕੁਰ ਜੀ ਨੂੰ ਮੱਥਾ ਨਹੀਂ ਟੇਕਿਆ। ਮੈਂ ਭਜਨ ਗਾ ਰਿਹਾ ਸੀ, ਤੁਸੀਂ ਤੇ ਸਭ ਧਰਮਾਂ ਦਾ ਸਤਿਕਾਰ ਕਰਦੇ ਹੋ, ਤੁਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋ, ਆ ਮੱਥਾ ਕਿਉਂ ਨਹੀਂ ਟੇਕਿਆ? ਫਿਰ ਗੁਰੂ ਸਾਹਿਬ ਰੁਕ ਗਏ। ਜ਼ਰੂਰੀ ਸੀ ਉੱਥੇ ਰੁਕਣਾ, ਕਿਉਂਕਿ ਜੇ ਕਿਸੇ ਦੇ ਸ਼ੰਕੇ ਨੂੰ ਨਿਵਰਤ ਨਾ ਕਰੋ ਨੇ ਤੇ ਫਿਰ ਗੱਲ ਨਹੀਂ ਬਣਦੀ। ਸਾਡੇ ਗੁਰੂ ਸਾਹਿਬਾਨਾਂ ਨੇ ਸ਼ੰਕੇ ਨਿਵਰਤ ਕੀਤੇ ਨੇ, ਹਰ ਇੱਕ ਸਵਾਲ ਦਾ ਜਵਾਬ ਦਿੱਤਾ ਹੈ। ਤੇ ਪਾਤਸ਼ਾਹ ਰੁਕ ਕੇ ਕਹਿਣ ਲੱਗੇ, ਫਿਰ ਉੱਥੇ ਨਾ ਉਹਨਾਂ ਨੇ ਇੱਕ ਸ਼ਬਦ ਉਚਾਰਨ ਕੀਤਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਭਾਈ। ਸਾਰੀ ਸੰਗਤ ਵੀ ਕੋਲ ਸੀ, ਉਹ ਵੀ ਕੋਲ ਹੈ। ਗੁਰੂ ਸਾਹਿਬ ਕਹਿੰਦੇ, ਭਾਈ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਹਰ ਇੱਕ ਧਰਮ ਦੇ ਵਿੱਚ ਹੋਣ ਵਾਲੇ ਕਰਮਾਂ ਦਾ ਸਤਿਕਾਰ ਨਹੀਂ ਅਸੀਂ ਕਰਦੇ। ਕਿਉਂ? ਕਿਉਂਕਿ ਤੂੰ ਤੇ ਪੱਥਰ ਪੂਜਦਾ ਤੇ ਅਸੀਂ ਪੱਥਰ ਦੇ ਪੁਜਾਰੀ ਨਹੀਂ ਹਾਂ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਮੰਨਣ ਵਾਲੇ ਹਾਂ। ਉੱਥੇ ਗੁਰੂ ਪਾਤਸ਼ਾਹ ਨੇ ਇੱਕ ਸ਼ਬਦ ਉਚਾਰਨ ਕੀਤਾ। ਪਾਤਸ਼ਾਹ ਕਹਿੰਦੇ, ਜੋ ਪਾਥਰ ਕੋ ਕਹਿਤੇ ਦੇਵ, ਧਿਆਨ ਦਿਓ ਜੀ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਜੋ ਪਾਥਰ ਕੋ ਕਹਿਤੇ ਦੇਵ, ਤਾਂ ਕਿ ਬਿਰਥਾ ਹੋਵੈ ਸੇਵ, ਜੋ ਪਾਥਰ ਕੈ ਪਾਈ ਪਾਏ, ਤਿਸ ਕੀ ਘਾਲ ਅਜਾਈ ਜਾਏ। ਇਹਦੇ ਅਰਥ ਬੜੇ ਸੌਖੇ ਨੇ। ਪਾਤਸ਼ਾਹ ਕਹਿੰਦੇ ਜਿਹੜੇ ਪੱਥਰ ਨੂੰ ਦੇਵਤਾ ਕਹਿੰਦੇ ਨੇ ਨਾ, ਉਹਨਾਂ ਦੀ ਕੀਤੀ ਹੋਈ ਘਾਲਣਾ ਸਾਰੀ ਵਿਅਰਥ ਹੀ ਚਲੀ ਜਾਂਦੀ, ਕਿਉਂਕਿ ਪੱਥਰ ਜੜ ਹੈ। ਪੱਥਰ ਦੇ ਦੀਦਾਰ ਵਿੱਚੋਂ ਕੀ ਮਿਲੇਗਾ? ਇਸੇ ਲਈ ਗੁਰੂ ਪਾਤਸ਼ਾਹ ਨੂੰ ਕਹਿਣਾ ਪਿਆ ਕਿ ਜਿਚਰ ਡਿਠੈ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਜੇ ਆਪਾਂ ਕਹੀਏ ਵੀ ਬਸ ਹੁਣ ਵੇਖ ਲਿਆ ਜੀ, ਗੁਰੂ ਘਰੋਂ ਦੂਰੋਂ ਖੜ ਕੇ ਵੇਖ ਲਿਆ, ਨਹੀਂ ਭਾਈ, ਗੁਰੂ ਘਰ ਆ, ਸ਼ਬਦ ਦੀ ਵਿਚਾਰ ਕਰ ਤੇ ਸੁਣ। ਤੇ ਜਿਹੜੇ ਸ਼ਬਦ ਦੀ ਵਿਚਾਰ ਸੁਣਦੇ ਨੇ, ਵਾਹਿਗੁਰੂ ਦੀ ਵਿਚਾਰ ਸੁਣਦੇ ਨੇ, ਉਹਨਾਂ ਵਾਸਤੇ ਆਪਾਂ 3 ਪੌੜੀਆਂ ਜਿਹੜੀਆਂ ਵਿਚਾਰ ਚੁੱਕੇ ਹਾਂ। ਤੇ ਅੱਗੇ ਸੁਣਨ ਵਾਲਿਆਂ ਵਾਸਤੇ ਗੁਰੂ ਪਾਤਸ਼ਾਹ ਨੇ ਅੱਗੇ ਅਗਲੀ 4ਥੀ ਪੌੜੀ ਦੇ ਵਿੱਚ ਬਚਨ ਕੀਤੇ ਨੇ। ਪਾਤਸ਼ਾਹ ਕਹਿੰਦੇ, ਸੁਣਿਆ ਸਰਾ ਗੁਣਾ ਕੇ ਗਾਹਾ, ਜਿਹੜਾ ਗਾਹ ਸ਼ਬਦ ਹੁੰਦਾ ਹੈ ਨਾ ਜੀ, ਇਹਦੇ ਕਈ ਅਰਥ ਵਿਦਵਾਨਾਂ ਨੇ ਕੀਤੇ ਨੇ। ਉਹ ਆਪਾਂ ਪਹਿਲਾਂ ਵੀ ਬੇਨਤੀ ਕੀਤੀ ਸੀ। ਗੁਰਬਾਣੀ ਦੇ ਵਿੱਚ ਇੱਕ ਇੱਕ ਸ਼ਬਦ ਦੇ ਕਈ ਕਈ ਅਰਥ ਨੇ, ਉਹ ਸਾਨੂੰ ਸਾਰੇ ਸਮਝਣੇ ਪੈਂਦੇ ਨੇ। ਜਿਵੇਂ ਤਾਤ ਸ਼ਬਦ ਦੇ ਅਰਥ ਨੇ 12 ਬਣਦੇ ਨੇ, ਸਹਿਜ ਸ਼ਬਦ ਦੇ ਅਰਥ ਕਈ ਬਣਦੇ ਨੇ, ਦਾਤ ਸ਼ਬਦ ਦੇ ਅਰਥ ਕਈ ਬਣਦੇ ਨੇ, ਦਾਨ ਸ਼ਬਦ ਦੇ ਅਰਥ ਕਈ ਬਣਦੇ ਨੇ, ਜਾਤ ਸ਼ਬਦ ਦੇ ਅਰਥ ਕਈ ਬਣਦੇ ਨੇ। ਇੱਦਾਂ ਤੇ ਇੱਥੇ ਗਾਹ ਦਾ ਅਰਥ ਹੈ, ਪਹਿਲਾ ਤਾਂ ਵੀ ਗਾਹਣ ਵਾਲੇ। ਆਪਾਂ ਕਹਿੰਦੇ ਆ ਨਾ ਵੀ ਮੈਂ ਫਲਾਣੀ ਚੀਜ਼ ਤੇ ਗਾਹ ਹੀ ਦਿੱਤੀ ਹੈ,
ਉਹ ਅਰਥ ਵੀ ਠੀਕ ਹੈ। ਤੇ ਦੂਜਾ ਹਿੰਦੀ ਦੇ ਵਿੱਚ ਗਾਹ ਸ਼ਬਦ ਕਹਿੰਦੇ ਨੇ ਜੀ ਜਗ੍ਹਾ ਨੂੰ। ਹਿੰਦੀ ਵਿੱਚ ਗਾਹ ਜਗ੍ਹਾ, ਆਪਾਂ ਕਹਿੰਦੇ ਹਾਂ ਨਾ ਵੀ ਆਹ ਤੇ ਸੈਰ ਗਾਹ ਹੈ, ਉਸ ਗਾਹ ਸੈਰ ਗਾਹ, ਵੀ ਸੈਰ ਕਰਨ ਦੀ ਜਗ੍ਹਾ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸੁਣਨ ਵਾਲੇ ਸਰਾ, ਸਰਾ ਦਾ ਮਤਲਬ ਕੀ ਹੈ ਜੀ? ਸ੍ਰੇਸ਼ਟ, ਸਾਰ, ਸ੍ਰੇਸ਼ਟ, ਸ੍ਰੇਸ਼ਟ ਗੁਣਾ, ਸ੍ਰੇਸ਼ਟ ਗੁਣਾ ਦੀ ਗਾਹ ਬਣ ਜਾਂਦੇ ਹਨ। ਗਾਹ ਦਾ ਮਤਲਬ ਸਮੁੰਦਰ ਬਣ ਜਾਂਦੇ ਨੇ, ਜਾਂ ਇੰਝ ਕਹਿ ਲਈਏ ਕਿ ਜਿਹੜੇ ਰੱਬ ਦੇ ਪਿਆਰੇ ਵਾਹਿਗੁਰੂ ਦੇ ਨਾਮ ਨੂੰ ਸੁਣਦੇ ਨੇ ਤੇ ਉਹ ਸੁਣਨ ਵਾਲਿਆਂ ਕੋਲ ਬਹੁਤ ਜ਼ਿਆਦਾ ਗੁਣ ਆ ਜਾਂਦੇ। ਪ੍ਰਮੁੱਖ ਗੁਣ ਨੇ ਨਾ ਸਤ, ਸੰਤੋਖ, ਦਇਆ, ਧਰਮ ਤੇ ਖਿਮਾ, ਇਹ ਸਾਰੇ ਪ੍ਰਮੁੱਖ ਗੁਣ ਨੇ। ਵਾਹਿਗੁਰੂ ਕਿਰਪਾ ਕਰੇ ਇਹ ਗੁਣ ਸਭ ਨੂੰ ਪ੍ਰਾਪਤ ਹੋਣ। ਸਤ ਬੋਲਣ ਦੀ ਸਮਰੱਥਾ ਹੋਵੇ, ਸੰਤੋਖੀ ਹੋਵੇ, ਰੱਜਿਆ ਹੋਵੇ, ਭਾਵ ਉਸ ਵਾਹਿਗੁਰੂ ਦੀ ਰਜਾ 'ਚ ਰਾਜੀ ਰਹਿੰਦਾ ਹੈ। ਦਇਆ, ਤਰਸ ਕਰਨ ਵਾਲਾ ਹੋਵੇ, ਤੇ ਉਸ ਤੋਂ ਬਾਅਦ ਧਰਮੀ ਹੋਵੇ। ਖਿਮਾ, ਕੀਤੇ ਹੋਏ ਗੁਨਾਹ ਨੂੰ, ਕਿਸੇ ਗੁਨਾਹਗਾਰ ਨੂੰ ਬਖਸ਼ਣ ਯੋਗ ਦੀ ਸਮਰੱਥਾ ਰੱਖਦਾ ਹੋਵੇ। ਇਹ ਗੁਣ ਨੇ ਜੀ ਪ੍ਰਮੁੱਖ। ਤੇ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਸੁਣਦੇ ਨੇ ਤੇ ਨਾਮ ਸੁਣਨ ਵਾਲਿਆਂ ਦੇ ਵਿੱਚ ਇੱਦਾਂ ਦੇ ਗੁਣ ਸਮੁੰਦਰ ਵਾਂਗ ਭਰ ਜਾਂਦੇ ਨੇ। ਜਿਵੇਂ ਸਮੁੰਦਰ ਹੈ ਜੀ ਸਰਾ, ਸਮੁੰਦਰ, ਸਰੋਵਰ, ਜਿਵੇਂ ਸਮੁੰਦਰ ਦੇ ਵਿੱਚ ਬੜਾ ਕੁਝ ਪਿਆ ਹੁੰਦਾ। ਤੁਹਾਨੂੰ ਪਤਾ ਹੈ ਸਮੁੰਦਰ ਹੈ ਨਾ ਜੀ ਜਿਹੜਾ, ਉਹਦਾ ਕੋਈ ਅੰਤ ਨਹੀਂ ਹੈ, ਉਹਦੇ ਵਿੱਚ ਬੜਾ ਕੁਝ ਪਿਆ ਹੈ। ਉਹਦੇ ਵਿੱਚ ਰਤਨ ਵੀ ਪਏ ਨੇ, ਉਹਦੇ ਵਿੱਚ ਜੀਵ ਜੰਤੂ ਵੀ ਵਸੇਂਦੇ, ਬੜਾ ਕੁਝ। ਇੱਕ ਹੋਰ ਉਦਾਹਰਣ ਲੈ ਲਓ। ਵੈਸੇ ਆਪਣੇ ਕੋਲ ਸਮਾਂ ਸੀਮਤ ਹੁੰਦਾ, ਦਿਲ ਤੇ ਇੱਦਾਂ ਕਰਦਾ ਹੁੰਦਾ ਵੀ ਖੁੱਲ੍ਹੀ ਵਿਚਾਰ ਜਿੰਨੀ ਗੁਰੂ ਸਾਹਿਬ ਆਪ ਕਰਵਾ ਲੈਣ ਚੰਗੀ ਗੱਲ ਹੈ। ਨਦੀਆਂ ਨਾਲੇ ਸਮੁੰਦਰ 'ਚ ਮਿਲ ਜਾਂਦੇ ਨੇ। ਜਿਹੜੀਆਂ ਛੋਟੀਆਂ ਛੋਟੀਆਂ ਨਦੀਆਂ ਨਾਲੇ ਚੱਲਦੇ ਨੇ ਨਾ ਭਾਈ, ਇਹ ਸਮੁੰਦਰ ਵਿੱਚ ਜਾ ਕੇ ਮਿਲ ਜਾਂਦੀਆਂ ਨੇ। ਜਦੋਂ ਸਮੁੰਦਰ ਵਿੱਚ ਮਿਲ ਜਾਂਦੇ ਫਿਰ ਸਮੁੰਦਰ ਦਾ ਰੂਪ ਹੀ ਹੋ ਜਾਂਦੀਆਂ ਨੇ। ਲੇਕਿਨ ਸਮੁੰਦਰ ਦਾ ਰੂਪ ਤਾਂ ਹੋ ਜਾਂਦੀਆਂ ਨੇ, ਬਸ ਫਿਰ ਇਹਨਾਂ ਨੂੰ ਸਮੁੰਦਰ ਹੀ ਕਹਿ ਸਕਦੇ ਹਾਂ। ਇਹ ਵੀ ਸਮੁੰਦਰ ਦਾ ਰੂਪ ਜ਼ਰੂਰ ਹੋ ਗਈਆਂ, ਪਰ ਸਮੁੰਦਰ ਦਾ ਅੰਤ ਨਹੀਂ ਪਾ ਸਕੀਆਂ। ਜਿਵੇਂ ਸਮੁੰਦਰ ਦੇ ਵਿੱਚ ਬੇਅੰਤ ਪਦਾਰਥ ਪਏ ਨੇ, ਉਹਨਾਂ ਦਾ ਕੋਈ ਅੰਤ ਨਹੀਂ ਹੈ, ਤੇ ਸੁਣਨ ਵਾਲੇ ਦਾ ਹਿਰਦਾ ਵੀ ਇੱਦਾਂ ਬੇਅੰਤ ਗੁਣਾ ਕਰਕੇ ਭਰਪੂਰ ਹੋ ਜਾਂਦਾ ਹੈ। ਔਰ ਸੁਣਨ ਵਾਲੇ ਦੇ ਵਿੱਚ ਇਤਨੀ ਸਮਰੱਥਾ ਆ ਜਾਂਦੀ ਹੈ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਸੁਣਨ ਵਾਲੇ ਦੇ ਅੰਦਰ ਹੀ ਆਖੰਡਾਂ ਬ੍ਰਹਮੰਡਾਂ ਦਾ ਵਾਸਾ ਹੈ। ਇੰਨੇ ਗੁਣ ਪੈਦਾ ਹੋ ਜਾਂਦੇ ਨੇ। ਜਿਵੇਂ ਸਮੁੰਦਰ ਦੇ ਵਿੱਚ ਪਾਣੀ ਭਰਿਆ, ਉਹਨੂੰ ਕੋਈ ਮਾਪ ਨਹੀਂ ਸਕਦਾ, ਤੇ ਸੁਣਨ ਵਾਲੇ ਦੇ ਗੁਣਾਂ ਨੂੰ ਕੋਈ ਮਾਪ ਨਹੀਂ ਸਕਦਾ। ਸੁਣਿਆ ਸੇਖ ਪੀਰ ਪਾਤਸ਼ਾਹ, ਇਹ ਜਿਹੜਾ ਸੇਖ ਸ਼ਬਦ ਹੈ ਨਾ ਭਾਈ, ਅਸਲ ਵਿੱਚ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ, ਪੰਜਾਬੀ ਦਾ ਨਹੀਂ ਹੈ। ਜਿਵੇਂ ਅਰਬੀ ਭਾਸ਼ਾ ਦੇ ਵਿੱਚ ਸੇਖ ਕਹਿੰਦੇ ਨੇ ਮੁਖੀ ਨੂੰ, ਆਪਣੇ ਮੁਖੀ ਨੂੰ ਕੋਈ ਪ੍ਰਧਾਨ ਕਹਿ ਦਿੰਦਾ ਜਾਂ ਸਰਦਾਰ ਕਹਿ ਦਿੰਦੇ ਆਪਾਂ। ਉਰਦੂ ਵਿੱਚ ਨਵਾਬ ਕਹਿ ਦਿੰਦੇ ਨੇ, ਜਾਂ ਕੋਈ ਜਨਾਬ ਕਹਿ ਦਿੰਦੇ, ਜਾਣੀ ਕਿ ਮੁਖੀ ਸ਼ਬਦ ਨੂੰ ਕਹਿੰਦੇ ਨੇ ਵੀ ਸੇਖ। ਦੂਜਾ ਅਰਥ ਅਰਬੀ ਭਾਸ਼ਾ ਦੇ ਵਿੱਚ ਸੇਖ ਕਹਿੰਦੇ ਨੇ ਸਿੱਖਿਆ ਦੇਣ ਵਾਲੇ, ਸਿੱਖਿਆਰਥੀ ਨੂੰ। ਹੋਰ ਵੀ ਬੜੇ ਅਰਥ ਨੇ। ਸਿੱਖਿਆ ਦੇਣ ਵਾਲਾ, ਸੇਖ ਸਤਿਕਾਰਯੋਗ ਸ਼ਬਦ ਹੈ ਜੀ। ਮੁਖੀ ਨੂੰ ਵੀ ਸੇਖ ਕਹਿੰਦੇ ਨੇ, ਸਿੱਖਿਆ ਦੇਣ ਵਾਲੇ ਨੂੰ ਵੀ ਸੇਖ ਕਹਿੰਦੇ ਨੇ।
ਪੀਰ ਕਹਿੰਦੇ ਨੇ ਬਹੁਤ ਵੱਡੀ ਪੀਰੀ, ਬਹੁਤ ਵੱਡੀ ਦਾਤ ਪ੍ਰਾਪਤ ਕਰਨ ਵਾਲੇ। ਆਚਾਰੀਆ, ਹਿੰਦੀ ਵਿੱਚ ਸੇਖ ਨੂੰ ਆਚਾਰੀਆ ਕਹਿ ਦਿੰਦੇ ਨੇ, ਮਾਰਗਦਰਸ਼ਕ ਨੂੰ। ਤੇ ਪੀਰ ਕਹਿੰਦੇ ਨੇ ਕਿਸੇ ਉੱਚੀ ਅਵਸਥਾ ਦੇ ਮਾਲਕ ਨੂੰ। ਇਸਲਾਮ ਜਗਤ ਵਿੱਚ ਪੀਰ ਕਹਿੰਦੇ ਨੇ, ਮੁਸਲਮਾਨ ਵੀਰ ਪੀਰ ਕਹਿੰਦੇ ਨੇ, ਜਿਵੇਂ ਪੀਰ ਹਜ਼ਰਤ ਮੁਹੰਮਦ, ਪੀਰ ਗੌਂਸਾ, ਇੱਦਾਂ ਹੋਰ ਬਹੁਤ ਸਾਰੇ ਉਹਨਾਂ ਦੇ ਨੇ। ਤੇ ਪਾਤਸ਼ਾਹ, ਇੱਕ ਹੁੰਦਾ ਜੀ ਰਾਜਾ, ਇੱਕ ਇਲਾਕੇ ਦਾ ਰਾਜਾ। ਉਸ ਤੋਂ ਬਾਅਦ ਇੱਕ ਵੱਡਾ ਰੁਤਬਾ ਹੈ, ਉਹਨੂੰ ਕਹਿੰਦੇ ਨੇ ਸੁਲਤਾਨ, ਜਿਹਦੇ ਥੱਲੇ ਕੁਝ ਰਾਜੇ ਹੋਣ, ਜਿਹੜਾ ਕਈ ਰਾਜਿਆਂ 'ਤੇ ਹੁਕਮ ਚਲਾਉਂਦਾ ਹੋਵੇ, ਕਈ ਰਾਜੇ ਉਹਦੀ ਗੁਲਾਮੀ ਕਰਦੇ ਹੋਣ, ਉਹਨੂੰ ਸੁਲਤਾਨ ਕਹਿੰਦੇ ਨੇ। ਇੱਕ ਹੁੰਦਾ ਪਾਤਸ਼ਾਹ, ਜਿਹਨੂੰ ਆਪਾਂ ਚੱਕਰਪਤੀ ਬਾਦਸ਼ਾਹ ਵੀ ਕਹਿ ਦਿੰਦੇ ਹਾਂ, ਜਿਹਦੇ ਹਜ਼ਾਰਾਂ ਰਾਜੇ ਥੱਲੇ ਹੋਣ, ਉਹਨੂੰ ਪਾਤਸ਼ਾਹ ਕਹਿੰਦੇ ਨੇ। ਤੇ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਸੁਣਨ ਵਾਲਾ ਹੈ ਨਾ ਭਾਈ, ਤੇ ਨਾਮ ਨੂੰ ਸੁਣ ਕੇ ਸੁਣਨ ਵਾਲਾ ਗੁਰਮੁਖ ਜਿਹੜਾ ਹੈ ਉਹ ਸੇਖ ਬਣ ਜਾਂਦਾ ਹੈ, ਸਿੱਖਿਆ ਦੇਣ ਵਾਲਾ ਬਣ ਜਾਂਦਾ ਹੈ। ਸਾਡੇ ਕੋਲ ਬੜੀਆਂ ਉਦਾਹਰਨਾਂ ਨੇ। ਆਪਾਂ ਪੜ੍ਹਦੇ ਹਾਂ ਨਾ ਪਾਤਸ਼ਾਹ ਦਾ ਬਚਨ ਕਿ ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਨ ਨਾਈ। ਭਾਈ ਸਾਹਿਬ ਦੀਆਂ 12 ਨੇ। ਜਦੋਂ ਸੈਨ ਨਾਈ ਨੇ ਭਗਤ ਕਬੀਰ ਜੀ ਨੂੰ ਸੁਣਿਆ, ਉਹਦਾ ਜਸ ਸੁਣਿਆ, ਉਹਦਾ ਪ੍ਰਤਾਪ ਸੁਣਿਆ, ਇਹ ਨਹੀਂ ਹੈ ਵੀ ਕਬੀਰ ਜੀ ਦੀ ਮੂਰਤੀ ਬਣਾ ਕੇ ਪੂਜਣ ਲੱਗ ਪਿਆ, ਨਹੀਂ। ਅਸੀਂ ਕਿਸੇ ਦਾ ਜਸ ਸੁਣੀਏ ਤੇ ਉਹਦੀ ਪੂਜਾ ਕਰਨ ਲੱਗ ਜਾਂਦੇ ਹਾਂ, ਨਹੀਂ ਨਹੀਂ। ਪਰ ਭਗਤ ਸੈਨ ਜੀ ਨੇ ਜਦੋਂ ਭਗਤ ਜੀ ਦਾ ਜਸ ਸੁਣਿਆ ਤੇ ਆਪ ਜਸ ਕੀਤਾ ਤੇ ਸੋਚਿਆ ਵੀ ਜਦ ਇੱਕ ਭਗਤ ਕਬੀਰ ਨੇ ਐਡੀ ਵੱਡੀ ਉੱਚੀ ਪਦਵੀ ਹਾਸਲ ਕਰ ਲਈ ਤੇ ਮੈਂ ਕਿਉਂ ਨਾ ਕਰਾਂ। ਦੇਖੋ ਫਿਰ ਕਿੰਨਾ ਸਨਮਾਨ ਪਾਇਆ ਸੈਨ ਨਾਈ ਨੇ। ਤੇ ਇਸ ਤਰ੍ਹਾਂ ਜਿਹੜਾ ਸੁਣਨ ਵਾਲਾ ਹੈ ਨਾ, ਫਿਰ ਭਾਈ ਉਹ ਸਿੱਖਿਆ ਦੇਣ ਵਾਲਾ ਬਣ ਜਾਂਦਾ ਹੈ। ਸੁਣਨ ਵਾਲਾ ਜਿਹੜਾ ਉਹ ਪੀਰ ਬਣ ਜਾਂਦਾ ਹੈ, ਬਹੁਤ ਵੱਡਾ ਉੱਚਾ ਰੁਤਬਾ ਹਾਸਲ ਕਰ ਲੈਂਦਾ ਹੈ। ਤੇ ਸੁਣਨ ਵਾਲਾ ਫਿਰ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਆਪਾਂ ਪੜ੍ਹਦੇ ਹਾਂ ਨਾ ਭਾਈ ਕਿ ਜਿਸਨੋਂ ਬਖਸ਼ੇ ਸਿਫਤ ਸਾਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਜਿਹੜਾ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਜਿਵੇਂ ਕਹਿੰਦੇ ਨੇ ਇੱਕ ਰਾਜਾ ਸੀ, ਉਹ ਜੰਗਲ 'ਚ ਗਿਆ, ਪਿਆਸ ਲੱਗੀ। ਇੱਕ ਸਾਧੂ ਮਹਾਤਮਾ ਕੋਲ ਉਹਦੀ ਕੁਟੀਆ 'ਚ ਗਿਆ, ਉਹਨੇ ਪਾਣੀ ਪਿਲਾਇਆ। ਨਾਮ ਜਪਣ ਵਾਲਾ ਸੀ ਮਹਾਤਮਾ, ਜਾਨ ਬਚੀ, ਦਰਸ਼ਨ ਹੋਏ। ਰਾਜੇ ਨੇ ਸੋਚਿਆ ਵੀ ਚਲੋ ਪਾਣੀ ਪਿਲਾਇਆ, ਜਾਨ ਵੀ ਬਚ ਗਈ, ਤੇ ਦੂਜਾ ਉਹਨੂੰ ਦਰਸ਼ਨ ਕਰਕੇ ਥੋੜ੍ਹੀ ਜਿਹੀ ਦਰਸ਼ਨਾਂ ਦੀ ਪਿਆਸ ਵੀ ਬੁਝੀ। ਰਾਜਾ ਕਹਿਣ ਲੱਗਾ ਉਸ ਮਹਾਤਮਾ ਨੂੰ, ਕਹਿੰਦਾ ਜੀ ਥੋੜ੍ਹੇ ਦਿਨ ਮੇਰੇ ਮਹਿਲਾਂ 'ਚ ਚੱਲੋ, ਮੈਂ ਤੁਹਾਡੀ ਸੇਵਾ ਕਰਾਂਗਾ। ਤੇ ਰਾਜੇ ਨੂੰ ਸਾਧੂ ਕਹਿਣ ਲੱਗੇ, ਭਾਈ ਅਸੀਂ ਇੱਥੇ ਕੁਟੀਆ 'ਚ ਹੀ ਠੀਕ ਹੈ, ਕੀ ਕਰਨਾ ਤੇਰੇ ਮਹਿਲਾਂ 'ਚ। ਰਾਜੇ ਨੇ ਜਿੱਦ ਕਰ ਲਈ। ਤੁਹਾਨੂੰ ਪਤਾ ਹੀ ਹੈ ਜੀ, ਬੱਚੇ ਦੀ ਜਿੱਦ, ਰਾਜੇ ਦੀ ਜਿੱਦ, ਬਾਂਦਰ ਦੀ ਜਿੱਦ, ਇਹ ਇੱਕੋ ਜਿਹੀਆਂ ਹੁੰਦੀਆਂ ਨੇ। ਰਾਜਾ ਕਹਿਣ ਲੱਗਾ, ਨਹੀਂ ਤੇ ਜੀ ਮੈਂ ਆਪਣੇ ਆਪ ਨੂੰ ਇੱਥੇ ਖਤਮ ਕਰ ਲਵਾਂਗਾ, ਮੇਰੇ ਨਾਲ ਚੱਲੋ। ਤੇ ਉਹਦੀ ਜਿੱਦ ਨੂੰ ਵੇਖ ਕੇ ਉਹ ਮਹਾਤਮਾ ਉਹਦੇ ਘਰ ਆਏ। ਉਹਨੇ ਕਈ ਦਿਨ ਰੱਖੇ, ਸੇਵਾ ਭਾਵਨਾ ਚਲੋ ਜਿੱਦਾਂ ਦਾ ਸੀ ਕੀਤੀ। ਕੁਝ ਦਿਨਾਂ ਬਾਅਦ ਉਹਨੇ ਇੱਕ ਰਾਜੇ ਨੇ ਸਵਾਲ ਪੁੱਛਿਆ ਇਸ ਮਹਾਤਮਾ ਨੂੰ, ਕਹਿੰਦਾ ਜੀ ਇੱਕ ਮੇਰਾ ਸਵਾਲ ਹੈ, ਜਵਾਬ ਦਿਓਗੇ? ਕਹਿੰਦੇ ਹਾਂ ਦੱਸੋ। ਰਾਜਾ ਕਹਿੰਦਾ ਤੇਰੇ ਤੇ ਮੇਰੇ ਵਿੱਚ ਕੀ ਅੰਤਰ ਹੈ, ਕੀ ਫਰਕ ਹੈ? ਸਾਧੂ ਸਮਝ ਗਿਆ ਵੀ ਹੁਣ ਇਹਦਾ ਮਨ ਅੱਕ ਗਿਆ। ਬਸ ਉਹਦੇ ਥੋੜ੍ਹੇ ਜਿਹੇ ਦਿਨ ਇਹਨੇ ਬੈਰਾਗ ਕੀਤਾ ਵੀ ਸੇਵਾ ਕਰਨੀ, ਆਹ ਕਰਨਾ, ਸਾਡੇ ਵਾਲਾ ਕੰਮ ਹੈ ਭਾਈ। 5-4 ਦਿਨ ਗੁਰਦੁਆਰੇ ਆਏ ਤੇ ਬੈਰਾਗ ਜਿਹਾ ਲੱਗਾ ਵੀ ਬਸ 5-7 ਦਿਨ ਗੁਰਦੁਆਰੇ ਜਾਣਾ ਤੇ ਮੁੜ ਕੇ 5-7 ਦਿਨਾਂ ਬਾਅਦ ਕਿੱਧਰ ਗੁਰਦੁਆਰੇ ਦਾ ਰਾਹ ਵੀ ਚੇਤੇ ਨਹੀਂ ਆਉਂਦਾ।
ਜਾਂ 2-4 ਦਿਨ ਕਿਸੇ ਸਮਾਗਮ 'ਚ ਚਲੇ ਜਾਈਏ, ਕਿਸੇ ਵੱਡੇ ਧਾਮ 'ਤੇ ਚਲੇ ਜਾਈਏ, ਸਾਨੂੰ ਲੱਗਦਾ ਵੀ ਹੁਣ ਤਾਂ ਡੇਲੀ ਗੁਰਦੁਆਰੇ ਜਾਇਆ ਕਰਾਂਗੇ, ਮੁੜ ਕੇ ਭੁੱਲ ਜਾਈਦਾ। ਅਤੇ ਇਹਨੂੰ ਥੋੜ੍ਹਾ ਬਹੁਤਾ ਜਿਹਾ ਉਦਣ ਹੀ ਚੇਟਕ ਜੀ ਲੱਗੀ, ਸੇਵਾ ਭਾਵਨਾ ਦੀ 2-4 ਦਿਨਾਂ 'ਚ ਖਤਮ ਹੋ ਗਈ। ਸਵਾਲ ਕੀਤਾ, ਕਹਿੰਦਾ ਜੀ ਤੇਰੇ ਅਤੇ ਮੇਰੇ ਵਿੱਚ ਕੀ ਫਰਕ ਹੈ? ਤਾਂ ਸਾਧੂ ਕਹਿਣ ਲੱਗਾ, ਇਸ ਤੇਰੇ ਸਵਾਲ ਦਾ ਜਵਾਬ ਮੈਂ ਸ਼ਹਿਰੋਂ ਬਾਹਰ ਜਾ ਕੇ ਦਿਆਂਗਾ, ਚੱਲ ਮੇਰੇ ਨਾਲ। ਰਾਜਾ ਤੁਰਿਆ ਗਿਆ। ਉਹ ਮਹਾਤਮਾ ਤੁਰਿਆ ਜਾਂਦਾ। ਰਸਤੇ ਦੇ ਵਿੱਚ ਰਾਜੇ ਨੇ ਫਿਰ ਪੁੱਛਿਆ, ਜੀ ਜਵਾਬ ਦਿਓ। ਕਹਿੰਦੇ ਹੋਰ ਅੱਗੇ ਆ ਜਾ, ਹੋਰ ਅੱਗੇ ਆ ਜਾ। ਤੁਰੇ ਜਾਂਦੇ ਅਗਲੇ ਰਾਜ ਦੀ ਹੱਦ ਆ ਗਈ। ਸਾਧੂ ਫੇਰ ਕਹਿੰਦਾ ਅੱਗੇ ਆ ਜਾ, ਅਤੇ ਰਾਜਾ ਕਹਿੰਦਾ ਜੀ ਮੇਰਾ ਰਾਜ ਤਾਂ ਖਤਮ ਹੋ ਗਿਆ, ਅੱਗੇ ਤਾਂ ਅਗਲੀ ਰਿਆਸਤ ਸ਼ੁਰੂ ਹੁੰਦੀ ਹੈ। ਉਹ ਮਹਾਤਮਾ ਉੱਧਰਲੇ ਪਾਸੇ ਟੱਪ ਕੇ ਨਾ ਸਾਧੂ ਕਹਿਣ ਲੱਗਾ ਰਾਜਨ, ਤੇਰੇ ਅਤੇ ਮੇਰੇ ਵਿੱਚ ਆਹੀ ਫਰਕ ਹੈ, ਤੇਰੇ ਰਾਜ ਦੀ ਹੱਦ ਹੈ ਅਤੇ ਸਾਡੇ ਰਾਜ ਦੀ ਹੱਦ ਕੋਈ ਨਹੀਂ। ਕਬੀਰ ਸਗਲੀ ਧਰਤੀ ਸਾਧ ਕੀ, ਤਸਕਰ ਵੈਸੇ ਗਾਹੇ, ਧਰਤੀ ਭਾਰ ਨਾ ਵਿਆਪਈ ਉਨਕੋ ਲਾਹੂ ਲਾਹੇ। ਸਾਰੀ ਧਰਤੀ ਰੱਬ ਦੇ ਪਿਆਰਿਆਂ ਦੀ ਹੋ ਜਾਂਦੀ, ਜਿਹੜੇ ਸੁਣਨ ਵਾਲੇ ਨੇ ਨਾ ਭਾਈ, ਫਿਰ ਉਹ ਸਾਰੀ ਦੁਨੀਆ ਦੇ ਪਾਤਸ਼ਾਹ ਬਣ ਜਾਂਦੇ ਨੇ। ਆਪਾਂ ਪੜ੍ਹਦੇ ਹਾਂ ਭਾਈ ਗੁਰੂ ਸਾਹਿਬ ਜੀ ਦਾ ਬਚਨ ਹੈ, ਗੁਰੂ ਅਰਜਨ ਦੇਵ ਸਾਹਿਬ ਦਾ, ਕਿ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਹੜਾ ਕੁੱਲ ਕਾਇਨਾਤ ਦਾ ਰਾਜਾ ਹੈ ਨਾ, ਜਿਹਦਾ ਨਾਮ ਵਿੱਚ ਮਨ ਭਿੱਜ ਜਾਏ, ਅਤੇ ਉਹ ਫਿਰ ਕੁੱਲ ਕਾਇਨਾਤ ਦਾ ਬਾਦਸ਼ਾਹ ਹੋ ਜਾਂਦਾ। ਅਤੇ ਇਸ ਕਰਕੇ ਸੁਣਿਆ ਸੇਖ ਪੀਰ ਪਾਤਸ਼ਾਹ, ਜੇਕਰ ਤੂੰ ਉਸ ਵਾਹਿਗੁਰੂ ਦੀ ਦਾਤ ਨੂੰ, ਬਾਣੀ ਨੂੰ, ਵਿਚਾਰ ਨੂੰ ਸੁਣੇ, ਉਹਦੇ ਨਾਮ ਨੂੰ ਸੁਣੇ, ਤੇਰੇ ਕੋਲ ਆ ਵੱਡੀਆਂ ਵਸਤੂਆਂ, ਵੱਡੀਆਂ ਦਾਤਾਂ ਤੈਨੂੰ ਪ੍ਰਾਪਤ ਹੋ ਜਾਣਗੀਆਂ। ਸੁਣਿਆ ਅੰਧੇ ਪਾਵੇ ਰਾਹੋ। ਜਿਹੜਾ ਕੋਈ ਵਾਹਿਗੁਰੂ ਦੇ ਨਾਮ ਨੂੰ ਸੁਣ ਲਵੇ, ਅਤੇ ਨਾਮ ਨੂੰ ਸੁਣਨ ਵਾਲਾ ਅੰਧਾ ਵੀ ਜਿਹੜਾ ਨਾ ਭਾਈ, ਉਹ ਰਾਹ ਪ੍ਰਾਪਤ ਕਰ ਲੈਂਦਾ। ਬੜਾ ਸੌਖਾ ਜਿਹਾ ਇੱਕ ਇਹਦੇ ਵਿੱਚ ਉਦਾਹਰਣ ਸਾਨੂੰ ਮਿਲਦੀ ਹੈ। ਕੋਈ ਬੰਦਾ ਨੇਤਰਹੀਣ ਹੋਵੇ, ਅੰਧਾ ਹੋਵੇ, ਅਤੇ ਉਹਨੂੰ ਸੂਰਜ ਨਾਲ ਕੋਈ ਮਤਲਬ ਨਹੀਂ, ਕਿਉਂਕਿ ਦਿਸਦਾ ਹੀ ਨਹੀਂ। ਉਹਦੇ ਅੱਗੇ ਚਾਨਣ ਕਰਾਂਗੇ, ਉਹਨੂੰ ਕੋਈ ਮਤਲਬ ਨਹੀਂ, ਕਿਉਂਕਿ ਦਿਸਦਾ ਹੀ ਨਹੀਂ। ਹਾਂ, ਉਹਦੇ ਅੱਗੇ ਕੋਈ ਟੋਆ ਹੋਵੇਗਾ, ਉਹਨੂੰ ਆਪਾਂ ਸੁਣਾ ਕੇ ਕਹਾਂਗੇ ਵੀ ਭਾਈ ਇਹ ਰਾਹ ਤੇਰੇ ਲਈ ਠੀਕ ਨਹੀਂ ਹੈ, ਤੂੰ ਇੱਧਰ ਮੁੜ ਜਾ, ਅਤੇ ਉਹ ਸੁਣਨ ਦੇ ਨਾਲ ਉਹਨੂੰ ਰਾਹ ਦਾ ਪਤਾ ਲੱਗ ਜਾਂਦਾ ਵੀ ਚੰਗਾ ਜਾਂ ਮਾੜਾ। ਦਿਸਦਾ ਤਾਂ ਹੈ ਨਹੀਂ, ਸੁਣਨ ਨਾਲ। ਹੁਣ ਇਸੇ ਪੁਆਇੰਟ ਨੂੰ ਆਪਾਂ ਸਮਝਣਾ ਵੀ ਜਿਹੜਾ ਸਾਡਾ ਮਨ ਹੈ ਨਾ, ਇਹਦੇ ਨੇਤਰ ਨਹੀਂ ਹਨ, ਮਨ ਕੋਲ ਅੱਖਾਂ ਨਹੀਂ ਹਨ। ਮਨ ਨੂੰ ਅਗਰ ਰਾਹ ਦਰਸਾਉਣਾ ਹੈ ਤਾਂ ਸਾਨੂੰ ਬਾਣੀ ਸੁਣਨੀ ਪਏਗੀ। ਇਹ ਤਾਂ ਹੈ ਜੀ ਪਹਿਲਾ ਅਰਥ ਹੋਰ ਵੀ ਬੜੇ ਨੇ। ਇੱਕ ਆਪਾਂ ਮੇਨ ਅਰਥ ਲੈ ਲਈਏ, ਜਿਹੜਾ ਕਿ ਬੜਾ ਹੀ ਸਾਨੂੰ ਸਾਡੀ ਜ਼ਿੰਦਗੀ 'ਚ ਕੰਮ ਆਉਣ ਵਾਲਾ ਹੈ। ਜਿਹੜੇ ਵਾਹਿਗੁਰੂ ਦੇ ਨਾਮ ਨੂੰ ਸੁਣਦੇ ਨੇ ਨਾ ਭਾਈ, ਜ਼ਰੂਰੀ ਨਹੀਂ ਹਨ ਵੀ ਉਹਨਾਂ ਦੇ ਦੁਨਿਆਵੀ ਅੱਖਾਂ ਹੋਣ ਜਾਂ ਨਾ ਹੋਣ। ਗੁਰਬਾਣੀ ਨੇ ਦੁਨਿਆਵੀ ਅੱਖਾਂ ਹੋਣ ਜਾਂ ਨਾ ਹੋਣ ਵਾਲਿਆਂ ਨੂੰ ਅੰਧਾ ਨਹੀਂ ਕਿਹਾ। ਆਪਾਂ ਤਾਂ ਕਹਿੰਦੇ ਹਾਂ ਵੀ ਭਾਈ ਫਲਾਣੇ ਕੋਲ ਅੱਖਾਂ ਨਹੀਂ ਹਨ, ਉਹ ਅੰਧਾ ਹੈ। ਨਹੀਂ, ਗੁਰੂ ਸਾਹਿਬ ਕਹਿੰਦੇ ਨੇ, ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ। ਜਿਨ੍ਹਾਂ ਕੋਲ ਪ੍ਰਤੱਖ ਅੱਖਾਂ ਨਹੀਂ, ਉਹਨਾਂ ਨੂੰ ਅੰਧੇ ਨਾ ਕਿਹਾ ਕਰੋ। ਕਿਉਂਕਿ ਉਹ ਤਾਂ ਕੁਦਰਤ ਦੀ ਦਾਤ ਨੇ, ਨਹੀਂ ਮਿਲੀਆਂ ਕਰਮਾਂ ਦੀ ਖੇਡ ਹੈ। ਪਰ ਅੰਧੇ ਸਈ ਨਾਨਕਾ ਜੇ ਖਸਮ ਹੋ ਕੁੱਥੇ ਜਾਏ। ਜਿਹੜੇ ਨੇਤਰ, ਅੱਖਾਂ, ਹੱਥ, ਪੈਰ, ਸਾਰਾ ਸਰੀਰ ਸਲਾਮਤ ਹੋਣ ਦੇ ਬਾਵਜੂਦ ਵੀ ਪਰਮਾਤਮਾ ਤੋਂ ਧੱਕੇ ਗਏ ਨੇ। ਪਰਮਾਤਮਾ ਜਿਨ੍ਹਾਂ ਦੇ ਚੇਤੇ ਨਹੀਂ, ਅਸਲ ਵਿੱਚ ਅੰਧੇ ਤੇ ਉਹ ਨੇ। ਖੈਰ, ਸੁਣਿਆ ਅੰਧੇ ਪਾਵੇ ਰਾਹੋ। ਸੁਣਨ ਵਾਲੇ ਦੁਨੀਆ ਦੇ ਵਿੱਚ ਜੇਕਰ ਕੋਈ ਸਭ ਤੋਂ ਔਖਾ ਗ੍ਰੰਥ ਹੈ, ਔਖੀ ਵਿਦਿਆ ਹੈ, ਉਹ ਵੇਦਾਂ ਵਿੱਚ ਹੈ ਜੀ। ਠੀਕ ਹੈ, ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਹੋਰਨਾਂ ਧਰਮਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਨਹੀਂ, ਇਹ ਸਾਡੀ ਭੁਲੇਖਾ ਹੈ, ਸਾਡੀ ਗਲਤੀ ਹੈ। ਸਾਰੇ ਗ੍ਰੰਥ ਜਿਹੜੇ ਨੇ ਨਾ, ਉਹ ਸਤਿਕਾਰਯੋਗ ਨੇ।
ਹਾਂ ਉਹਨਾਂ ਗ੍ਰੰਥਾਂ ਦੇ ਵਿੱਚ, ਜਿਵੇਂ ਹੁਣ ਵੇਦਾਂ ਦੇ ਵਿੱਚ 80,000 ਸ਼ਲੋਕ ਕਰਮ ਕਾਂਡਾਂ ਦਾ, ਅਸੀਂ ਉਹਨੂੰ ਨਹੀਂ ਮੰਨਦੇ। ਤੇ ਉਹਨਾਂ 4 ਵੇਦਾਂ ਦੇ ਵਿੱਚ ਜਿਹੜਾ ਸਭ ਤੋਂ ਔਖਾ ਜਿਹੜਾ ਉਹ ਸੁਰਤੀ, ਵੇਦ ਸੁਰਤੀ ਨੂੰ ਕਹਿੰਦੇ ਨੇ ਭਾਈ, ਇਹ ਵੀ ਧਿਆਨ 'ਚ ਰੱਖਿਓ। ਸੁਰਤੀ ਹੈ ਨਾ ਜਿਹੜੀ, ਬੜੀ ਕਠਿਨ ਵਿੱਦਿਆ ਹੈ, ਉਹ ਸਭ ਤੋਂ ਵਰਲਡ ਦੇ ਵਿੱਚ ਸਭ ਤੋਂ ਔਖੀ ਵਿੱਦਿਆ ਜੀ ਸੁਰਤੀ ਦੀ, ਵੇਦ ਦੀ। ਲੇਕਿਨ ਅੱਜ ਜੇਕਰ ਵਰਲਡ ਦੇ ਵਿੱਚ ਕੋਈ ਇਹਨਾਂ ਵੇਦਾਂ ਦਾ ਸਭ ਤੋਂ ਵੱਡਾ ਗਿਆਨੀ ਹੈ, ਉਹ ਆਪਣੇ ਹਿੰਦੁਸਤਾਨ ਦਾ ਜੀ, ਪੰਜਾਬ ਦਾ, ਪੰਜਾਬੀ ਹੈ। ਉਹਨਾਂ ਦਾ ਨਾਮ ਹੈ ਜੀ ਪੰਡਤ ਗੰਗੇਸ਼ਰਾਨੰਦ ਜੀ। ਵਰਲਡ ਦੇ ਵਿਦਵਾਨ ਨੇ, ਇਕੱਲੇ ਹਿੰਦੁਸਤਾਨ ਦੇ ਨਹੀਂ। ਜੇ ਕਿਸੇ ਨੇ ਕਿਸੇ ਵੇਦਾਂ ਵਾਸਤੇ ਕੋਈ ਸਿੱਖਿਆ ਲੈਣੀ ਹੈ, ਕੋਈ ਗੱਲਬਾਤ ਕਰਨੀ ਹੈ, ਕਿਸੇ ਸਵਾਲ ਦਾ ਜਵਾਬ ਲੈਣਾ, ਤੇ ਪੰਡਤ ਗੰਗੇਸ਼ਰਾਨੰਦ ਜੀ ਤੋਂ ਵੱਧ ਕੋਈ ਨਹੀਂ ਦੇ ਸਕਦਾ। ਸਭ ਤੋਂ ਵੱਧ ਵਰਲਡ ਦੇ ਵਿਦਵਾਨ ਨੇ। ਪਰ ਉਹ ਜਨਮ ਵੇਲੇ ਹੀ ਅੰਧੇ ਸਨ। ਉਹਨਾਂ ਨੇ ਤੇ ਆਪਣੀ ਮਾਂ ਨੂੰ ਵੀ ਨਹੀਂ ਵੇਖਿਆ, ਤੇ ਉਹਨਾਂ ਨੇ ਸੰਸਾਰ ਨੂੰ ਵੀ ਨਹੀਂ ਵੇਖਿਆ। ਜਨਮ ਤੋਂ ਅੰਧੇ ਸਨ ਪੰਡਤ ਗੰਗੇਸ਼ਰਾਨੰਦ। ਵੇਦ ਸ਼ਾਸਤਰ ਸੁਣੇ ਤੇ ਉਹਨਾਂ ਨੇ ਸੁਣ ਸੁਣ ਕੇ ਇੰਨੀ ਕੁ ਮਿਹਨਤ ਕੀਤੀ ਕਿ ਉਹ ਅੱਜ ਵਰਲਡ ਦੇ ਵਿਦਵਾਨ ਨੇ। ਬਹੁਤ ਸਾਰੇ ਪੰਡਤ ਗੰਗੇਸ਼ਰਾਨੰਦ ਜੀ ਦੇ ਕੋਲੋਂ ਵੇਦਾਂ ਵਾਸਤੇ ਸਿੱਖਿਆ ਲੈਣ ਜਾਂਦੇ ਸਨ। ਇਹ ਸਭ ਤੋਂ ਵੱਡੀ ਉਦਾਹਰਣ ਹੈ ਕਿ ਉਹ ਸੁਣ ਕੇ ਅਗਰ ਸਿੱਖਿਆ ਦੇਣ ਵਾਲਾ ਹੋ ਗਿਆ, ਹੋਰਾਂ ਨੂੰ ਰਾਹ ਦੱਸਣ ਵਾਲਾ ਹੋ ਗਿਆ, ਤੇ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਸੁਣਨਗੇ ਉਹ ਕਿੰਨਿਆਂ ਕੁ ਨੂੰ ਸੱਚ ਦੇ ਮਾਰਗ 'ਤੇ ਤੋਰਨਗੇ, ਕਿੰਨਿਆਂ ਨੂੰ ਰਾਹ ਦੱਸਣਗੇ। ਸੁਣਿਆ ਅੰਧੇ ਪਾਵੇ ਰਾਹੋ, ਇਹਦਾ ਭਾਵ ਹੈ ਵੀ ਜਿਹੜੇ ਸੁਣ ਕੇ ਨਾਮ ਨੂੰ ਸੁਣਨ ਵਾਲੇ ਅੰਧਿਆਂ ਨੂੰ ਵੀ ਰਾਹ ਦੱਸ ਦਿੰਦੇ ਨੇ। ਨਾਮ ਨੂੰ ਸੁਣ ਕੇ ਮਨ ਕਰਕੇ ਅੰਧੇ ਸਨ ਜਿਹੜੇ ਉਹ ਸੁਜਾਖੇ ਹੋ ਗਏ ਨੇ। ਹੋਰ ਬਹੁਤ ਪ੍ਰਕਾਰ ਦੇ ਇਸ ਸ਼ਬਦ ਦੇ ਅਰਥ ਕੀਤੇ ਜਾ ਸਕਦੇ ਨੇ। ਤੇ ਹੁਣ ਇਹਦਾ ਮੇਨ ਅਰਥ ਇਹ ਲੈਣਾ ਵੀ ਭਾਈ, ਜਿਹੜੇ ਮਨ ਕਰਕੇ ਅੰਧੇ ਸਨ, ਜਿਨ੍ਹਾਂ ਨੂੰ ਸੰਸਾਰ ਦੀ ਜਾਂ ਆਪਣੇ ਜੀਵਨ ਦੀ ਸੋਝੀ ਨਹੀਂ ਸੀ, ਤੇ ਜਦੋਂ ਵਾਹਿਗੁਰੂ ਜੀ ਦਾ ਨਾਮ ਸੁਣਿਆ ਤੇ ਉਹ ਸੁਜਾਖੇ ਹੋ ਗਏ ਨੇ। ਉਹਨਾਂ ਨੂੰ ਸਾਰੀ ਸੋਝੀ ਆ ਗਈ ਹੈ। ਸੁਣਿਆ ਹਾਥ ਹੋਵੇ ਅਸਗਾਹੂ। ਅਸਗਾਹੂ ਦਾ ਅਰਥ ਹੁੰਦਾ ਗਹਿਰ, ਡੂੰਘਾ। ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਜੁੜ ਜਾਂਦੇ ਨੇ, ਉਹਨੂੰ ਸੁਣਦੇ ਨੇ ਨਾ ਭਾਈ, ਉਹਨਾਂ ਨੂੰ ਸੰਸਾਰ ਰੂਪ ਸਮੁੰਦਰ ਦੀ ਅਸਲੀਅਤ ਪਤਾ ਲੱਗ ਜਾਂਦੀ ਹੈ। ਅਸਗਾਹੋ ਵਿਆਕਰਣ ਮੁਤਾਬਕ ਅਰਥ ਕਰੀਏ, ਆਪਣੇ ਹੱਥ ਦੀ ਤਲੀ ਤੇ ਕੋਈ ਚੀਜ਼ ਪਈ ਹੋਵੇ, ਕੋਈ ਪਦਾਰਥ ਆਪਣੇ ਹੱਥ ਦੀ ਤਲੀ ਤੇ ਪਿਆ ਹੋਵੇ, ਤੇ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਲੈਣ ਦੀ ਲੋੜ ਨਹੀਂ, ਕਿਉਂਕਿ ਉਹ ਸਾਡੀ ਹੱਥ ਦੀ ਤਲੀ ਤੇ ਹੈ। ਉਹ ਸਾਡੇ ਤੋਂ ਛੁਪਿਆ ਨਹੀਂ ਹੁੰਦਾ, ਆਪਾਂ ਜੋ ਮਰਜ਼ੀ ਵੇਖ ਸਕਦੇ ਹਾਂ। ਜਾਣੀ ਕਿ ਕੋਈ ਪਦਾਰਥ ਸਾਡੀ ਹੱਥ ਦੀ ਤਲੀ ਤੇ ਪਿਆ, ਉਹ ਸਾਡੀ ਜਾਣਕਾਰੀ ਵਿੱਚ ਹੈ, ਉਹ ਸਾਡੀਆਂ ਅੱਖਾਂ ਦੇ ਸਾਹਮਣੇ ਹੈ, ਓਲੇ ਤੇ ਨਹੀਂ ਹੈ ਨਾ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਸੁਣਦੇ ਨੇ, ਆਹ ਸਾਰਾ ਸੰਸਾਰ ਉਹਨਾਂ ਦੀ ਹੱਥ ਦੀ ਤਲੀ ਤੇ ਟਿਕਿਆ ਹੁੰਦਾ ਹੈ। ਭਾਵ ਉਹਨਾਂ ਨੂੰ ਸੰਸਾਰ ਦੀ ਸਾਰੀ ਜਾਣਕਾਰੀ ਹੁੰਦੀ ਹੈ। ਵੈਸੇ ਹੋ ਸਕਦਾ ਕਈਆਂ ਦੀ ਗੱਲ ਸਮਝ ਵਿੱਚ ਨਾ ਆਵੇ, ਜਿਹੜੇ ਅਭਿਆਸੀ ਨੇ ਉਹ ਸਮਝ ਜਾਣਗੇ। ਰੱਬ ਨੂੰ ਸੁਣਨ ਵਾਲੇ ਉਹ ਸੰਸਾਰ ਦੀ ਸਾਰੀ ਅਸਲੀਅਤ ਵੇਖ ਲੈਂਦੇ ਨੇ। ਅਸਲੀਅਤ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ, ਸਾਡਾ ਜਨਮ ਕਦੋਂ ਹੈ, ਸਾਡਾ ਮਰਨ ਕਦੋਂ ਹੈ, ਅਸੀਂ ਪਿਛਲੇ ਜਨਮ 'ਚ ਕੀ ਸੀ, ਅੱਗੇ ਕੀ ਹੈ। ਇੱਦਾਂ ਜਿਵੇਂ ਸੰਤ ਬਾਬਾ ਆਇਆ ਸਿੰਘ ਜੀ, ਇਹ ਰਾੜਾ ਸਾਹਿਬ ਸੰਪਰਦਾ ਦੇ ਨੇ, ਹੋਤੀ ਮਰਦਾਨ ਵਾਲੇ। ਉਹ ਲਾਹੌਰ ਗਏ ਕਿਸੇ ਦੇ ਘਰ। ਜਦੋਂ ਕਿਸੇ ਦੇ ਘਰ ਗਏ ਨਾ ਜੀ, ਉੱਥੇ ਨਾਲ ਦੇ ਪੜੋਸ ਦੇ ਵਿੱਚ ਗੁਆਂਢੀਆਂ ਦੇ ਇੱਕ ਕੋਈ ਬਿਮਾਰ ਵਿਅਕਤੀ ਪਿਆ ਸੀ। ਅਸਾਧ ਰੋਗ ਸੀ ਉਹਨੂੰ, ਅਸਾਧ ਰੋਗ ਜਾਣੀ ਕਿ ਪੱਕਾ ਰੋਗ। ਤੇ ਜਦੋਂ ਮਹਾਂਪੁਰਖ ਉਹਨਾਂ ਦੇ ਘਰ ਟਿਕੇ ਨੇ, ਤੇ ਉਹ ਰਾਤ ਨੂੰ ਹਾਏ ਹਾਏ ਦੀ ਆਵਾਜ਼ ਕਰਨਾ, ਕਿਉਂਕਿ ਜਿਹੜੇ ਰੋਗੀ ਹੁੰਦੇ ਨੇ ਕਈ ਵਾਰੀ ਉੱਦਾਂ, ਵਾਹਿਗੁਰੂ ਕਿਰਪਾ ਕਰੇ ਕਿਸੇ ਨੂੰ ਰੋਗ ਨਾ ਲਾਵੇ, ਹੈ ਸਾਰੇ ਸਾਡੇ ਤਨ ਦੇ ਵਿੱਚ ਹੀ, ਪਰ ਢਕੇ ਪਏ ਨੇ। ਰੋਗ ਢਕੇ ਹੀ ਰਹਿਣ ਤੇ ਚੰਗੀ ਗੱਲ।
ਉਹ ਹਾਏ ਹਾਏ ਕਰੇ ਤੇ ਮਹਾਂਪੁਰਖ ਨਾ ਅਗਲੇ ਸਵੇਰ ਉੱਠ ਕੇ ਉਹਦੇ ਘਰ ਗਏ। ਕਹਿੰਦੇ ਭਾਈ ਜਦੋਂ ਵੇਖਿਆ ਨਾ ਉਹਦੇ ਵੱਲ ਨਿਗਾਹ ਮਾਰੀ, ਉਹਦੇ ਕਰਮਾਂ ਦੀ ਖੇਡ ਵੇਖੀ, ਪਤਾ ਲੱਗਾ ਵੀ ਇਹ ਤੇ ਇਹਦੇ ਕਰਮਾਂ ਦਾ ਰੋਗ ਇਹਨੂੰ ਲੱਗਿਆ ਹੈ। ਖੜੇ ਖੜੇ ਮਹਾਂਪੁਰਖ ਕਹਿਣ ਲੱਗੇ, ਭਲਿਆ ਕਿਉਂ ਹੱਡਾਂ ਨੂੰ ਦੁੱਖ ਦਿੰਦਾ ਹੈ, ਛੱਡ ਦੇ ਸਰੀਰ। ਜਾਣੀ ਕਿ ਮਹਾਂਪੁਰਖ ਅਸਲ ਵਿੱਚ ਉਹਨੂੰ ਇਸ ਸਰੀਰ ਤੋਂ ਛੁਟਕਾਰਾ ਦਿਵਾਉਣਾ ਚਾਹੁੰਦੇ ਸਨ। ਪਰ ਕਈ ਵਾਰੀ ਕੋਈ ਕਰਮਾਂ ਦੀ ਖੇਡ ਐਸੀ ਹੁੰਦੀ ਹੈ, ਸਾਡੇ ਕੋਲ ਕੋਈ ਇੱਕ ਸਮਾਂ ਆਉਂਦਾ ਸਾਨੂੰ ਸੁੱਖ ਮਿਲਣ ਦਾ, ਹੋ ਸਕਦਾ ਅਸੀਂ ਨਾ ਲਈਏ। ਬਾਕੀ ਦੂਜੀ ਗੱਲ ਇਹ ਵੀ ਕਿ ਜਿਹੜਾ ਬਿਮਾਰ ਵਿਅਕਤੀ ਹੈ ਨਾ, ਉਹਨੂੰ ਕ੍ਰੋਧ ਜ਼ਿਆਦਾ ਆਏਗਾ। ਇਹ ਕੁਦਰਤੀ ਗੱਲ ਹੈ। ਕਿਉਂ ਆਵੇਗਾ? ਇਹਦਾ ਵੀ ਇੱਕ ਸਾਇੰਸ ਦਾ ਜਿਹੜਾ ਟੈਕਨੀਕਲ ਤਰੀਕਾ ਹੈ। ਬਿਮਾਰ ਵਿਅਕਤੀ ਨੂੰ ਕ੍ਰੋਧ ਇਸ ਕਰਕੇ ਹੁੰਦਾ ਕਿਉਂਕਿ ਉਹ ਬੰਧਨ ਵਿੱਚ ਆ ਜਾਂਦਾ ਹੈ, ਉਹਨੂੰ ਬਹੁਤ ਸਾਰੀਆਂ ਬੰਦਿਸ਼ਾਂ ਲੱਗ ਜਾਂਦੀਆਂ ਨੇ, ਮੰਜੀ 'ਤੇ ਪਿਆ ਹੈ। ਇੱਕ ਆਪਾਂ ਆਮ ਹੀ ਸੁਭਾਵਿਕ ਵੇਖਦੇ ਹਾਂ ਜੀ, ਅੱਗੇ ਘਰਾਂ 'ਚ ਕੁੱਤੇ ਪਾਲਦੇ ਹੁੰਦੇ ਸਨ। ਜਿਹੜਾ ਕੁੱਤਾ ਬੰਨਿਆ ਹੋਵੇਗਾ ਤੇ ਉਹ ਜ਼ਿਆਦਾ ਵੱਢੇਗਾ, ਜਿਹੜਾ ਖੁੱਲ੍ਹਾ ਹੈ ਤੇ ਉਹ ਨਹੀਂ ਵੱਢੇਗਾ। ਪਾਲਤੂ ਕੁੱਤਾ ਬੰਨਿਆ ਹੋਵੇ ਤੇ ਜ਼ਿਆਦਾ ਵੱਢਦਾ। ਇਸੇ ਤਰ੍ਹਾਂ ਹੀ ਜਿਹੜਾ ਇਨਸਾਨ ਬੰਧਨ ਦੇ ਵਿੱਚ ਬੰਧਿਆ ਹੋਇਆ ਉਹ ਕ੍ਰੋਧਿਤ ਹੋ ਜਾਵੇਗਾ। ਖਾਸ ਕਰਕੇ ਬਿਮਾਰੀ ਕਰਕੇ ਮਨੁੱਖ ਨੂੰ ਕ੍ਰੋਧ ਆਉਂਦਾ ਹੈ। ਜਿਹੜਾ ਕ੍ਰੋਧੀ ਹੈ ਨਾ ਜੀ, ਉਹ ਸਮਝ ਲਓ ਕਿ ਇਹਦੇ ਅੰਦਰ ਕੋਈ ਨਾ ਕੋਈ ਬਿਮਾਰੀ ਹੈ। ਤੇ ਉਹ ਪਹਿਲਾਂ ਹੀ ਬਿਮਾਰ ਸੀ। ਤੇ ਉਹ ਮਹਾਂਪੁਰਖਾਂ ਨੂੰ ਨਾ ਅੱਗੋਂ ਬੋਲਦਾ, ਕਹਿਣ ਲੱਗਾ, ਓਏ ਸਾਦਾ, ਜਿੱਦਣ ਤੂੰ ਮਰਿਆ ਨਾ ਤੇ ਦੇਖਾਂਗੇ ਤੇ ਤੂੰ ਹਾਏ ਹਾਏ ਨਾ ਕਰੀ। ਮਹਾਂਪੁਰਖ ਸ਼ਾਂਤ ਸਨ, ਕਹਿਣ ਲੱਗੇ ਹੱਸ ਕੇ, ਕਹਿੰਦੇ ਚੰਗਾ ਭਾਈ, ਤੈਨੂੰ ਸਾਡੀ ਮੌਤ ਦਿਖਾਵਾਂਗੇ। ਸਾਡੀ ਤੇ ਸਲਾਹ ਸੀ ਵੀ ਤੇਰਾ ਸਰੀਰ 'ਚੋਂ ਛੁਟਕਾਰਾ ਦਵਾ ਦਈਏ, ਚੱਲ ਤੇਰੀ ਮਰਜ਼ੀ। ਇੱਦਾਂ ਕਹਿ ਕੇ ਵਾਪਸ ਪਰਤੇ। ਕਾਫੀ ਸਾਲ ਲੰਘੇ ਤੇ ਮਹਾਂਪੁਰਖ ਜਦੋਂ ਸਰੀਰ ਲੱਗੇ ਨਾ ਛੱਡਣ, ਭਾਈ ਕਹਿਤਾ ਸੇਵਕਾਂ ਨੂੰ, ਕਹਿੰਦੇ ਜਾਓ ਭਾਈ ਫਲਾਣੇ ਸਿੱਖ ਨੂੰ ਲਾਹੌਰ ਤੋਂ ਲੈ ਕੇ ਆਓ। ਲਿਆਂਦਾ ਜੀ। ਉਹ ਐਨ ਜਦੋਂ ਸਾਹਮਣੇ ਆ ਕੇ ਬੈਠ ਗਿਆ ਮਹਾਂਪੁਰਖ, ਕਹਿੰਦੇ ਭਾਈ ਵੇਖ, ਤੂੰ ਕਹਿੰਦਾ ਸੀ ਵੀ ਜਿੱਦਣ ਤੂੰ ਮਰੇਗਾ ਸਾਦਾ ਤੂੰ ਹਾਏ ਹਾਏ ਕਰੇਗਾ। ਆਹ ਵੇਖ ਹੁਣ ਅਸੀਂ ਆਪਣਾ ਭਾਣਾ ਲੱਗੇ ਹਾਂ ਵਰਤਾਉਣ, ਤੂੰ ਵੇਖ ਲਈ ਕਿ ਅਸੀਂ ਹਾਏ ਹਾਏ ਕਰਦੇ ਹਾਂ ਕਿ ਨਹੀਂ। ਤੇ ਕਹਿੰਦੇ ਨੇ ਮਹਾਂਪੁਰਖ ਨੂੰ ਹੱਸ ਕੇ ਕਹਿੰਦੇ, ਵੇਖ ਲੈ ਸਾਡੇ ਮੱਥੇ ਵਿੱਚ ਤਿਉੜੀ ਤੇ ਨਹੀਂ। ਉਹ ਸ਼ਾਂਤ ਬੈਠਾ ਰਿਹਾ। ਕਹਿੰਦੇ ਹੋਰ ਵੀ ਦੱਸ ਦੇ। ਸਰੀਰ ਦੇ 9 ਦਰਵਾਜ਼ੇ ਨੇ, 10ਵਾਂ ਗੁਪਤ ਹੈ, ਤੇ 10 ਦਰਵਾਜ਼ਿਆਂ ਵਿੱਚੋਂ ਤੂੰ ਦੱਸ ਕਿਹੜੇ ਰਾਹੀਂ ਅਸੀਂ ਆਪਣੇ ਪ੍ਰਾਣ ਕੱਢੀਏ। ਉਹ ਫਿਰ ਵੀ ਚੁੱਪ। ਉਹਦੇ ਸਾਹਮਣੇ ਬੈਠ ਕੇ ਨਾ ਜੀ ਮਹਾਂਪੁਰਖਾਂ ਨੇ 10ਵੇਂ ਦੁਆਰ ਰਾਹੀਂ ਆਪਣੇ ਪ੍ਰਾਣ ਚੜ੍ਹਾਏ। ਥੋੜ੍ਹੇ ਸਮੇਂ ਬਾਅਦ ਮਹਾਂਪੁਰਖ ਸ਼ਾਂਤ ਹੋ ਗਏ ਤੇ ਜਦੋਂ ਉਹਨਾਂ ਦੇ ਸਰੀਰ ਨੂੰ ਵੇਖਿਆ ਤਾਂ ਵੇਖਿਆ ਕਿ ਸੰਤ ਬਾਬਾ ਆਇਆ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦਾ ਤਾਲੂਆ ਫਟਿਆ ਹੋਇਆ ਸੀ। ਉੱਥੋਂ ਦੀ ਉਹਨਾਂ ਨੇ ਆਪਣੇ ਪ੍ਰਾਣ ਕੱਢੇ। ਸੁਣਿਆ ਹਾਥ ਹੋਵੇ ਅਸਗਾ। ਜਿਹੜੇ ਰੱਬ ਦੇ ਪਿਆਰੇ ਬੰਦਗੀ ਸੁਣਨ ਵਾਲੇ ਨੇ, ਨਾਮ ਨੂੰ ਸੁਣਨ ਵਾਲੇ ਨੇ, ਉਹ ਸਾਰੇ ਸੰਸਾਰ ਨੂੰ ਆਪਣੀ ਹੱਥ ਦੀ ਤਲੀ 'ਤੇ ਟਿਕਿਆ ਹੋਇਆ ਸਮਝਦੇ ਨੇ। ਭਾਵ ਉਹਨਾਂ ਨੂੰ ਜਾਣਕਾਰੀ ਇੰਨੀ ਹੋ ਜਾਂਦੀ ਹੈ ਕਿ ਉਹ ਸਾਰੇ ਸੰਸਾਰ ਦੀ ਸੋਝੀ ਰੱਖਦੇ ਹਨ। ਨਾਨਕ ਭਗਤਾ ਸਦਾ ਵਿਗਾਸ। ਜੇਕਰ ਭਾਈ ਤੂੰ ਵੀ ਬੰਦਗੀ ਸੁਣੇ, ਨਾਮ ਸੁਣੇ, ਤਾਂ ਭਗਤਾਂ ਦੇ ਵਾਂਗ ਤੇਰੇ ਕੋਲ ਵੀ ਸਦੀਵੀ ਖੇੜਾ ਰਵੇ। ਤੂੰ ਵੀ ਸਦਾ ਹੀ ਪ੍ਰਸੰਨ ਰਵੇਂ, ਤੈਨੂੰ ਕਦੇ ਦੁੱਖ ਹੀ ਨਾ ਹੋਵੇ, ਤੂੰ ਕਦੇ ਦੁਖੀ ਨਾ ਹੋਵੇਂ, ਜੇਕਰ ਭਗਤਾਂ ਵਾਂਗ ਤੂੰ ਵੀ ਸ਼ਰਵਣ ਭਗਤੀ ਕਰੇ। ਸੁਣਿਐ ਦੁਖ ਪਾਪ ਕਾ ਨਾਸ। ਉਸ ਬੰਦਗੀ ਨੂੰ, ਨਾਮ ਨੂੰ, ਬਾਣੀ ਨੂੰ ਸੁਣਨ ਕਰਕੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਇਸ ਕਰਕੇ ਤੈਨੂੰ ਸੁਣਨਾ ਚਾਹੀਦਾ ਹੈ। ਇਹਨਾਂ ਭਗਤੀਆਂ ਦੇ ਵਿੱਚੋਂ ਜਿਹੜੀ ਸ਼ਰਵਣ ਭਗਤੀ ਹੈ ਉਹ ਜ਼ਰੂਰੀ ਹੈ। ਜੇ ਤੂੰ ਸੁਣੇਗਾ ਤੇ ਤੇਰੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਵੇਗਾ। ਇਹ 4 ਪੌੜੀਆਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸੁਣਨ ਦੇ ਸੰਬੰਧ ਵਿੱਚ ਉਚਾਰਨ ਕੀਤੀਆਂ। ਤੇ ਅਗਲੀ ਜਿਹੜੀ ਪੌੜੀ ਹੈ ਉਹ ਮੰਨਣ ਦੇ ਸੰਬੰਧ ਵਿੱਚ ਹੈ। ਉਹ ਆਪਾਂ ਗੁਰੂ ਕਿਰਪਾ ਕਰੇ ਕੱਲ੍ਹ ਵਿਚਾਰਾਂਗੇ। ਆਸੀਸ ਬਖਸ਼ੋ ਜੀ। ਬੋਲਦਿਆਂ ਚਲਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਔਰ ਗੁਰੂ ਕੀ ਸੰਗਤ ਖਿਮਾ ਯੋਗ ਹੈ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।